ਧੰਨ ਕੰਨ ਦਰਸ਼ਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਯਸ਼ਵੰਤੀ ਨਿਰਾਤਾਰ ਕਾਮ ਪਹਿਲਾ, ਜਗ ਜੀਵਨ ਦਾਤਾ ਮਿਲੇ ਸੰਜੋਗੀ, ਸਤਿਗੁਰ ਮੇਲ ਮਿਲਾਵੇ, ਅਨੰਤ ਬੇਅੰਤ ਮਹਿਮਾ ਉਸ ਦੀ, ਵੇਦ ਕਤੇਵ ਨਾ ਸਮਾਵੇ। ਗੁਰੂ ਦਾ ਪਿਆਰੇ ਸਾਧ ਸੰਗਤ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਮੁਜਮਾਨਾ ਜੋ ਆਪਾਂ ਸਰਵਣ ਕੀਤਾ ਹੈ, ਗੁਰੂ ਮਹਾਰਾਜ ਦਰਸ਼ਨਦਾਸ ਜੀ ਦੀ ਮੁਬਾਰਕ ਰਚਨਾ ਹੈ। ਅੱਗੇ ਵੀ ਕਈ ਵਾਰੀ ਸਤਸੰਗਾਂ ਦੇ ਵਿੱਚ ਬੜੇ ਪਿਆਰ ਦੇ ਨਾਲ ਸਮਝਾਇਆ ਗਿਆ ਸੀ ਕਿ ਜੀਵਨ ਦੇ ਅੰਦਰ ਇੱਕ ਲਫ਼ਜ਼ ਸੁਣਨ ਨੂੰ ਮਿਲਦਾ ਹੈ, ਇੱਕ ਉਹਦੇ ਉਲਟ ਸੁਣਨ ਨੂੰ ਮਿਲਦਾ ਹੈ। ਇੱਕ ਹੈ ਸੰਜੋਗ ਔਰ ਦੂਸਰਾ ਹੈ ਵਿਯੋਗ। ਯੋਗ ਮਤਲਬ ਦੋਹਾਂ ਚੀਜ਼ਾਂ ਦਾ ਮਿਲਨ ਹੋ ਜਾਣਾ, ਸੰਜੋਗ ਕਿਸੇ ਅੱਛੀਆਂ ਸ਼ੁਭ ਚੀਜ਼ਾਂ ਦਾ ਮਿਲਨ ਹੋ ਜਾਣਾ, ਔਰ ਵਿਯੋਗ ਉਹਨਾਂ ਦੀ ਆਪਸ ਵਿੱਚ ਦੂਰੀ ਹੋ ਜਾਣੀ, ਦੁਰਾਵ ਹੋ ਜਾਣਾ। ਸੰਸਾਰ ਜਗਤ ਦੇ ਅੰਦਰ ਇਹ ਜਿਹੜਾ ਸੰਜੋਗ ਹੈ, ਇਹ ਕਈਆਂ ਚੀਜ਼ਾਂ ਦੇ ਨਾਲ ਜਾ ਕਰਕੇ ਮਿਲਦਾ ਹੈ। ਕਈਆਂ ਨੂੰ ਸੰਯੋਗ ਵਸ ਕਹਿ ਲਓ, ਬੱਚਾ ਤੋਂ ਜਨਮ ਲੈ ਲੈਂਦਾ ਹੈ, ਲੇਕਿਨ ਪਿਤਾ ਦੇ ਦਰਸ਼ਨ ਨਹੀਂ ਕਰ ਪਾਉਂਦਾ, ਪਿਤਾ ਦੇ ਨਾਲ ਮੇਲ ਨਹੀਂ ਹੁੰਦਾ। ਉਹਦੇ ਜਨਮ ਲੈਣ ਤੋਂ ਪਹਿਲਾਂ ਹੀ ਉਹਨਾਂ ਦਾ ਪਿਤਾ ਇਸ ਸੰਸਾਰ ਤੋਂ ਰੁਖਸਤ ਹੋ ਜਾਂਦਾ ਹੈ। ਐਸੇ ਵੀ ਹੁੰਦੇ ਨੇ ਕਿ ਇੱਧਰ ਉਹਨਾਂ ਨੇ ਧਰਤੀ ਦੇ ਉੱਪਰ ਆਪਣਾ ਪਹਿਲਾ ਸਵਾਸ ਲਿਆ, ਔਰ ਉਧਰ ਮਾਤਾ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਐਸਾ ਵੀ ਹੁੰਦਾ ਹੈ ਕਿ ਜੀਵਨ ਕਾਲ ਦੇ ਅੰਦਰ ਕਹਿੰਦੇ ਨੇ ਕਿ ਭਰਾ ਦੀ ਬਾਂਹ ਹੁੰਦਾ ਹੈ, ਤੋ ਕਦੇ ਕਦੇ ਇੱਕੋ ਹੀ ਬੱਚਾ ਮਾਤ ਪਿਤਾ ਦੀ ਕਿਸਮਤ ਵਿੱਚ ਹੁੰਦਾ ਹੈ, ਔਰ ਉਸ ਨੂੰ ਭਰਾ ਨਸੀਬ ਨਹੀਂ ਹੁੰਦਾ, ਉਹਦੇ ਸੰਜੋਗਾਂ ਵਿੱਚ ਨਹੀਂ ਹੁੰਦਾ। ਕਹਿੰਦੇ ਨੇ ਕਿ ਜਿਸ ਘਰ ਦੇ ਅੰਦਰ ਬੱਚੀ ਜਨਮ ਨਹੀਂ ਲੈਂਦੀ, ਉਸ ਘਰ ਦਾ ਚੌਂਕਾ ਪਵਿੱਤਰ ਨਹੀਂ ਹੁੰਦਾ। ਉਸ ਘਰ ਦਾ ਜਿਹੜਾ ਬਾਬਲ ਹੈ, ਜਦ ਤੱਕ ਕਿਸੇ ਬੱਚੀ ਦੀ ਡੋਲੀ ਘਰੋਂ ਤੋੜਦਾ ਨਹੀਂ ਹੈ, ਤੋ ਪੁੰਨ ਕਮਾਨ ਵਰਗਾ ਜਿਹੜਾ ਕਰਮ ਹੈ ਉਹ ਨਹੀਂ ਉਹਦੇ ਹੱਥੋਂ ਹੁੰਦਾ। ਤੋ ਇਹ ਵੀ ਸੰਜੋਗਾਂ ਦੇ ਨਾਲ ਹੈ। ਕਿਧਰੇ ਬੱਚਾ ਲੜਕਾ ਹੈ, ਕਿਧਰੇ ਬੱਚਾ ਲੜਕੀ ਹੈ, ਕਿਸੇ ਦੀ ਚੌਂਕਾ ਨਹੀਂ ਪਵਿੱਤਰ ਹੁੰਦਾ, ਔਰ ਕੋਈ ਬਾਬਲ ਡੋਲੀ ਤੋੜ ਕਰਕੇ ਆਪਣੇ ਆਪ ਨੂੰ ਧਨ ਨਹੀਂ ਸਮਝਦਾ। ਔਰ ਐਸਾ ਵੀ ਹੁੰਦਾ ਕਦੇ ਕਦੇ ਪਤੀ ਪਤਨੀ तमाम ਜ਼ਿੰਦਗੀ ਪਰ ਨਾ ਜਾਣੇ ਕਿੱਥੇ ਕਿੱਥੇ ਜਾ ਕਰਕੇ ਟੱਕਰਾਂ ਮਾਰਦੇ ਨੇ, ਲੇਕਿਨ ਔਲਾਦ ਜਿਹੜੀ ਹੈ ਉਹਨਾਂ ਦੇ ਨਸੀਬ ਦੇ ਵਿੱਚ ਨਹੀਂ ਹੁੰਦੀ, ਉਹਨਾਂ ਦੇ ਸੰਜੋਗਾਂ ਦੇ ਵਿੱਚ ਨਹੀਂ ਹੁੰਦੀ। ਐਸਾ ਵੀ ਦੇਖਣ ਦੇ ਵਿੱਚ ਆਇਆ ਹੈ ਕਿ ਸੰਸਾਰ ਦੀ ਜਿਹੜੀ ਕਲਪਨਾ ਹੈ, ਸੰਸਾਰ ਦੀ ਜਿਹੜੀ ਬਨਾਵਟ ਹੈ, ਪਰਮਾਤਮਾ ਬੇਸ਼ੱਕ ਆਪਣੇ ਆਪ ਦੇ ਵਿੱਚ ਕਰਤਾ ਪੁਰਖ ਗਿਣਿਆ ਜਾਂਦਾ ਹੈ, ਲੇਕਿਨ ਧਰਤੀ ਨੂੰ ਬਣਾਉਣ ਵੇਲੇ ਜਦ ਉਸਨੇ ਧਰਤੀ ਦੀ ਬਣਤਰ ਦੀ ਕਲਪਨਾ ਕੀਤੀ, ਤੋ ਨਰ ਔਰ ਮਾਦਾ ਦਾ ਉਸਨੇ ਮੇਲ ਦਿੱਤਾ। ਚਾਹੇ ਜਾਨਵਰ ਸਨ, ਕੀੜੇ ਮਕੌੜੇ ਸਨ, ਪਸ਼ੂ ਪਰਿੰਦੇ ਸਨ, ਜਾਂ ਮਨੁੱਖ ਜਾਮਾ ਸੀ, ਕੁਛ ਵੀ ਸੀ, ਦੋਨਾਂ ਦੇ ਮੇਲ ਦੇ ਨਾਲ ਪਰਮਾਤਮਾ ਨੇ ਇਸ ਸੰਸਾਰ ਜਗਤ ਦੀ ਉਤਪਤੀ ਤਾਂ ਕੀਤੀ, ਔਰ ਪਾਲਣਾ ਵੀ ਕਰਦਾ ਪਿਆ ਹੈ, ਔਰ ਦੁਨੀਆ ਜਿੱਥੋਂ ਆਈ ਹੈ ਉੱਥੇ ਇੱਕ ਦਿਨ ਚਲਿਆ ਵੀ ਜਾਣਾ ਹੈ। ਤੋ ਮਹਾਰਾਜ ਕਹਿੰਦੇ ਨੇ ਕਿ ਅਗਰ ਉਤਪਤੀ ਨਾ ਹੋਵੇ ਤਾਂ 1.5-2 ਸਾਲ ਦੇ ਅੰਦਰ ਅੰਦਰ ਇਹ ਜਿਹੜਾ ਦੁਨੀਆ ਦਾ ਸੋਹਣਾ ਨਜ਼ਾਰਾ ਵੇਖਣ ਚਾਹੁੰਦਾ ਹੈ,
ਇਹ ਰੇਗਿਸਤਾਨ ਦੇ ਵਿੱਚ ਕਹਿ ਲਓ ਜਾਂ ਘਣੇ ਜੰਗਲ ਦੇ ਵਿੱਚ ਬਦਲ ਜਾਵੇ, ਇੱਥੇ ਕੋਈ ਵੀ ਚੀਜ਼ ਵੇਖਣ ਨੂੰ ਨਾ ਮਿਲੇ, ਜੰਗਲ ਵੀ ਨਹੀਂ, ਇੱਕ ਰੱਕੜ ਜਿਹਾ ਮੈਦਾਨ ਬਣ ਜਾਵੇ। ਤੋ ਇਹ ਔਲਾਦ ਵੀ ਕਰਮਾਂ ਦੇ ਨਾਲ ਮਿਲਦੀ ਹੈ। ਪਰ ਮਹਾਰਾਜ ਜੀ ਨੇ ਜਿਸ ਗੱਲ ਦੀ ਹੁਣ ਸਾਡੇ ਸਾਹਮਣੇ ਮੁਬਾਰਕ ਗੱਲ ਕੀਤੀ ਹੈ, ਇਹ ਹੈ ਜਗ ਜੀਵਨ ਦਾਤਾ, ਯਾਨੀ ਜਿਹੜਾ ਸਾਰੇ ਜਗ ਨੂੰ ਜੀਵਨ ਦੇਣ ਵਾਲਾ ਦਾਤਾ ਹੈ। ਇਹ ਵੀ ਸੰਜੋਗੀ ਮਿਲਦਾ ਹੈ, ਇਹ ਵੀ ਬੜੇ ਕਰਮਾਂ ਦੇ ਨਾਲ ਮਿਲਦਾ ਹੈ, ਬੜੇ ਭਾਗਾਂ ਦੇ ਨਾਲ ਮਿਲਦਾ ਹੈ। ਹਰ ਇੱਕ ਨੂੰ ਇਹ ਵੀ ਨਹੀਂ ਮਿਲਦਾ। ਤੋ ਮਹਾਰਾਜ ਜੀ ਫਰਮਾਉਂਦੇ ਨੇ ਕਿ ਜਿਨ ਕੋ ਪੂਰਬ ਲਿਖਿਆ ਸੋ ਸਤਿਗੁਰ ਚਰਨ ਗਏ। ਜਿੱਦਾਂ ਔਲਾਦ ਕਰਮਾਂ ਚੁੰਦੀ ਹੈ, ਮਾਤ ਪਿਤਾ ਕਰਮਾਂ ਚੁੰਦੇ ਨੇ, ਭਰਾ ਬੰਧੂ ਕਰਮਾਂ ਚੁੰਦੇ ਨੇ, ਕਾਰੋਬਾਰ ਜਾਂ ਸੁੱਖ ਕਰਮਾਂ ਚੁੰਦਾ ਹੈ। ਇਸੇ ਤਰ੍ਹਾਂ ਪਰਮਾਤਮਾ ਦਾ ਮਿਲਣਾ, ਗੁਰੂ ਦਾ ਮਿਲਣਾ ਵੀ ਕਰਮਾਂ ਦੇ ਵਿੱਚ ਹੁੰਦਾ ਹੈ। ਅਗਰ ਕਿਸੇ ਖਾਤੇ ਦੇ ਵਿੱਚ ਨਹੀਂ ਲਿਖਿਆ ਤੋ ਸੰਤਾਂ ਮਹਾਤਮਾ ਦਾ ਮਿਲਨ ਨਹੀਂ ਹੁੰਦਾ, ਭਾਵੇਂ ਉਹ ਆਂਢ ਗੁਆਂਢ ਰਹਿੰਦੇ ਹੋਣ, ਪੜੋਸ ਵਿੱਚ ਰਹਿੰਦੇ ਹੋਣ। ਕਦੇ ਕਦੇ ਐਸਾ ਵੀ ਹੋ ਜਾਂਦਾ ਹੈ ਕਿ ਪਿਤਾ ਬਹੁਤ ਮਹਾਨ ਰੂਹਾਨੀ ਪਦਵੀ ਦਾ ਮਾਲਕ ਹੁੰਦਾ ਹੈ, ਲੇਕਿਨ ਬੱਚੇ ਉਸ ਅਵਸਥਾ ਨੂੰ ਨਹੀਂ ਸਮਝਦੇ ਔਰ ਪਿਤਾ ਨੂੰ ਪਿਤਾ ਹੀ ਸਮਝ ਕਰਕੇ ਰਹਿ ਜਾਂਦੇ ਨੇ। ਉਹਦੇ ਵਿੱਚੋਂ ਜਿਹੜਾ ਰੱਬੀ ਨੂਰ ਹੈ, ਜਿਹੜੀ ਰੱਬੀ ਰਹਿਮਤ ਹੈ, ਨਾ ਉਹ ਤੱਕਦੇ, ਨਾ ਦੇਖਦੇ, ਨਾ ਉਹਨਾਂ ਨੂੰ ਉਹਦੇ 'ਚੋਂ ਕੁਛ ਮਿਲਦਾ। ਇਹੋ ਜਿਹੇ ਜਿਹੜੇ ਬੈਠੇ ਨੇ, ਇਹਨਾਂ ਦਾ ਹਾਲ ਕੀ ਹੁੰਦਾ ਹੈ ਕਿ ਬੇਸ਼ੱਕ ਇਹਨਾਂ ਦੇ ਲਾਗੇ ਰੱਬ ਰਹਿੰਦਾ ਰਵੇ, ਔਲਾਦ ਬਣ ਕਰਕੇ ਭਾਵੇਂ ਘਰ ਆ ਜਾਵੇ, ਉਹ ਔਲਾਦ ਵੀ ਉਹਨਾਂ ਨੂੰ ਕੋਈ ਫਕੀਰ, ਕੋਈ ਸੰਤ, ਕੋਈ ਗੁਰੂ, ਕੋਈ ਰੱਬ ਕੁਛ ਵੀ ਨਹੀਂ ਲੱਗਦੇ। ਉਹ ਇੱਕ ਆਮ ਮਾਨਵ, ਆਮ ਦੁਨੀਆ ਦਾ ਜੀਵ ਸਮਝ ਕਰਕੇ ਉਹਦੇ ਨਾਲ ਮਿਲਦੇ ਰਹਿੰਦੇ ਨੇ, ਚੱਲਦੇ ਰਹਿੰਦੇ ਨੇ। ਐਸਾ ਇਤਿਹਾਸ ਕਹਿੰਦਾ ਹੈ। ਇਤਿਹਾਸ ਵਿੱਚ ਵੇਖੀਏ ਤੇ ਬੀਬੀ ਨਾਨਕੀ ਗੁਰੂ ਨਾਨਕ ਨੂੰ ਰੱਬ ਸਮਝਦੀ ਹੈ। ਜਿੱਥੋਂ ਤੱਕ ਉਹ ਰੱਬ ਸਮਝਦੀ ਹੈ, ਪਿਤਾ ਰੱਬ ਨਹੀਂ ਸਮਝਦਾ। ਔਰ ਇਹ ਵੀ ਸਿਆਣਿਆਂ ਤੋਂ ਸੁਣਿਆ ਹੈ ਕਿ ਜਿੱਥੋਂ ਤੱਕ ਬੀਬੀ ਰੱਬ ਸਮਝਦੀ ਹੈ, ਰਾਏ ਬੁਲਾਰ ਰੱਬ ਸਮਝਦਾ ਹੈ, ਔਰ ਸਾਹਿਬ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰੋਂ ਉਤਨਾ ਉਹਨਾਂ ਨੂੰ ਰੱਬ ਨਹੀਂ ਸਮਝਦੀ। ਨਾ ਪਿਤਾ ਸਮਝਦਾ, ਨਾ ਪਤਨੀ ਸਮਝਦੀ, ਤੇ ਇਹ ਕਿਹਨੂੰ ਸਮਝਣਗੇ। ਤੋ ਕਹਿਣ ਦਾ ਭਾਵ ਇਸੇ ਕਰਕੇ ਉਹਨਾਂ ਨੇ ਆਖਿਆ ਕਿ ਜਗ ਜੀਵਨ ਦਾਤਾ ਮਿਲੇ ਸੰਜੋਗੀ। ਤੇ ਕਦੇ ਕਦੇ ਜੀਵ ਗੁਰੂ ਘਰਾਂ 'ਚ ਜਾਂਦਾ, ਦੁਨੀਆ ਭਰ ਦਾ ਸਤਾਇਆ, ਕਿਸੇ ਨੂੰ ਤਨ ਦਾ ਦੁੱਖ ਹੁੰਦਾ, ਕਿਸੇ ਨੂੰ ਮਨ ਦਾ ਦੁੱਖ ਹੁੰਦਾ, ਕਿਸੇ ਨੂੰ ਕਾਰੋਬਾਰ ਦਾ ਦੁੱਖ ਹੁੰਦਾ, ਕਿਸੇ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ, ਕਿਸੇ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ। ਜਦ ਬੰਦਾ ਚਾਰ ਸਵੇਰੇ ਟੱਕਰਾਂ ਮਾਰ ਲੈਂਦਾ ਹੈ, ਜਦ ਦਵਾ ਦਾਰੂ ਖਾ ਕਰਕੇ ਵੇਖਦਾ ਹੈ, ਤੋ ਦੁਆ ਲੈਣ ਵਾਸਤੇ ਮਜਬੂਰੀ 'ਚ ਕਹਿ ਲਓ ਜਾਂ ਮਰਤਾ ਕਿਆ ਨਾ ਕਰਤਾ ਕਹਿ ਲਓ, ਦੱਸੇ ਦਸਾਏ, ਰਿੜਦੇ ਖਿੜਦੇ, ਔਖੇ ਸੌਖੇ ਕਿਸੇ ਗੁਰੂ ਘਰ ਦੇ ਵਿੱਚ ਵੜੀ ਜਾਂਦਾ ਹੈ। ਕੰਮ ਹੋ ਗਿਆ ਚਲੇ ਗਏ, ਨਹੀਂ ਹੋਇਆ ਤਾਂ ਵੀ ਚਲੇ ਗਏ। ਤਾਂ ਉਹਨਾਂ ਦਾ ਕੀ ਸੰਜੋਗ ਹੋਇਆ, ਜਿਹੜੀ ਜ਼ਰੂਰਤ ਸੀ ਪੂਰੀ ਕੀਤੀ, ਚਾਹੇ ਤਨ ਦੀ ਜ਼ਰੂਰਤ ਸੀ, ਚਾਹੇ ਘਰ-ਬਾਰ ਦੀ ਜ਼ਰੂਰਤ ਸੀ, ਚਾਹੇ ਔਲਾਦ ਦੀ ਜ਼ਰੂਰਤ ਸੀ, ਚਾਹੇ ਹੋਰ ਕਿਸੇ ਨਿਆਮਤ ਦੀ ਭੁੱਖ ਸੀਗੀ, ਉਹ ਆਪਣੇ ਆਏ, ਅਰਦਾਸ ਬੇਨਤੀ ਕੀਤੀ, ਮੰਗ ਮੰਗੀ ਔਰ ਚਲੇ ਗਏ। ਔਰ ਜ਼ਿਆਦਾਤਰ ਕੰਮ ਵੀ ਉਹਨਾਂ ਦੇ ਹੁੰਦੇ ਨੇ ਜਿਹੜੇ ਮਰੀਜ਼ ਹੁੰਦੇ ਨੇ। ਗੁਰੂ ਘਰਾਂ 'ਚ ਦੋਹਾਂ ਤਰ੍ਹਾਂ ਦੀ ਸੰਗਤ ਆਉਂਦੀ ਹੈ, ਪਹਿਲੇ ਵੀ ਕਈ ਵਾਰੀ ਦੱਸਿਆ ਗਿਆ। ਇੱਕ ਮੁਰੀਦ ਹੁੰਦੇ ਨੇ, ਇੱਕ ਮਰੀਜ਼ ਹੁੰਦੇ ਨੇ। ਮਰੀਜ਼ ਪੇਸ਼ੈਂਟ, ਔਰ ਮਰੀਜ਼ ਜਿਹੜੇ ਨੇ ਆਏ ਆਪਣੇ ਦੁੱਖ ਨੂੰ ਲੈ ਕੇ, ਔਰ ਦੁੱਖ ਦਾ ਉਬਾਲਾ ਕੱਢਿਆ, ਗੱਲਬਾਤ ਕੀਤੀ ਔਰ ਆਪਣੇ ਦੁੱਖ ਨੂੰ ਕਟਾਇਆ। ਕਿਸ ਚੀਜ਼ ਦੇ ਐਵਜ? ਆ ਕਰਕੇ ਥੋੜ੍ਹੀ ਬਹੁਤ ਕਹੇ ਕਵਾਏ, ਔਖੇ ਸੌਖੇ ਗੁਰੂ ਘਰ ਤਨ ਦੀ ਸੇਵਾ ਕਰ ਲਈ,
ਮਨ ਦੀ ਕਰ ਲਈ। ਜਿੱਦਾਂ ਗਾਣਾ ਨਾ ਕਿਸੇ ਦਾ, ਮੈਂ ਡਰਦੀ ਰੱਬ ਰੱਬ ਕਰਦੀ, ਡਰਦੀ ਰੱਬ ਰੱਬ ਕਰ ਲਿਆ। ਥੋੜੀ ਬਹੁਤ ਪੈਸੇ ਨਾਲ ਮਦਦ ਕਰਤੀ, ਲੰਗਰ ਸੇਵਾ ਪਾਤੀ, 4 ਭਾਂਡੇ ਮਾਂਜਤੇ, ਔਰ ਹੁਣ ਉਸ ਸੇਵਾ ਦਾ ਉਹਨਾਂ ਨੂੰ ਫਲ ਚਾਹੀਦਾ। ਔਰ ਸੇਵਾ ਦਾ ਫਲ ਵੀ ਬਹੁਤ ਵੱਡਾ, ਸੇਵਾ ਥੋੜੀ, ਮੰਗਣ ਬਹੁਤਾ, ਇਹੋ ਜਿਹਾ ਆਮ ਤੌਰ ਤੇ ਵੇਖਣ ਜਾਂਦਾ। ਤੋ ਮਹਾਰਾਜ ਜੀ ਫਰਮਾਨ ਕਰਦੇ ਨੇ ਕਿ ਗੁਰੂ ਘਰ 'ਚ ਵੇਖਿਆ ਜਾਵੇ ਤੇ ਇਸ ਸੇਵਾ ਨੂੰ ਸੇਵਾ ਦਾ ਨਾਮ ਨਹੀਂ ਦਿੱਤਾ ਜਾਂਦਾ। ਫਲ ਕਾਰਨ ਜੋ ਸੇਵਾ ਕਰੇ ਤਜੇ ਨ ਮਨ ਸੇ ਕਾਮ, ਕਹਿ ਕਬੀਰ ਸੇਵਾ ਨਹੀਂ ਚਾਹੇ ਚੌਗਨਾ ਦਾਮ। ਚੌਗਨਾ ਦਾਮ ਲੱਭਦੇ ਨੇ, ਤਸਲਾ ਮਿੱਟੀ ਦਾ ਸੁੱਟਿਆ, ਮੇਰੀ ਕਮਰ ਦਾ ਘਟਾ ਦਿਓ। 4 ਭਾਂਡੇ ਮਾਂਜ ਦਿੱਤੇ, ਸਾਡਾ ਕੈਂਸਰ ਠੀਕ ਕਰ ਦਿਓ। 4 ਦਿਨ ਆ ਕਰਕੇ ਲੰਗਰ ਘਰ 'ਚ ਲੰਗਰ ਵਰਤਾਤਾ, ਸੰਤ ਔਲਾਦ ਦੇ ਦਿਓ। 4 ਇੱਟਾਂ ਚੁੱਕ ਕੇ ਪਰਾਂ रख ਦਿੱਤੀਆਂ, हमारे घर वाले बच्चों को कारोबार दे दो। और फिर सेवा भी किद्दां, मजबूरी दे नाल। फस की जान सकंजे अंदर, जूं वेलणे च गन्ना, रो तू कहो तो रो मोहम्मद ता मैं मन्ना, फसे फसाए सेवा। ते महाराज फरमांदे ने गुरु अमरदास जी कि बद्धे चट्टी जो भरे, ना गुण ना उपकार। ਜਿਹੜੇ ਬੱਧੇ ਰੁੱਧਿਆਂ ਕੰਮ ਕਰਦੇ ਨੇ, ਬੱਧੇ ਰੁੱਧਿਆਂ, ਔਰ ਕੰਮ ਕਰਦੇ ਨੇ ਕਿ ਮੈਨੂੰ ਆਹ ਮਿਲ ਜਾਵੇ, ਮੈਨੂੰ ਆਹ ਮਿਲ ਜਾਵੇ। ਜੇ ਨਹੀਂ ਮਿਲਦਾ ਤੇ ਫਿਰ ਕਹਿੰਦੇ ਨੇ, ਜਿਹੜੇ ਸ਼ਾਇਰੀ ਲਿਖਦੇ ਨੇ, ਫੋਟੋਆਂ ਬਣਾਉਂਦੇ ਨੇ ਕਾਗਜ਼ਾਂ ਤੇ, ਔਰ ਮੁਝੇ ਮਿਲਾ ਹੀ ਕਿਆ यहाँ मेहनत का सिला, चंद छाले हैं हाथों में सिक्कों की तरह। कई चलाई साढ़े छाले पै गए, ਇੱਟਾਂ ਫੜਾਈਆਂ ਸਾਡੇ ਤੇ ਛਾਲੇ ਪੈ ਗਏ। ਭਾਂਡੇ ਮਾਂਜੇ ਸਰਫ ਦੇ ਨਾਲ, ਸਾਡੇ ਤੇ ਨੇਲ ਪਾਲਿਸ਼ ਉਤਰ ਗਈ। ਲੋਹ ਦੇ ਉੱਤੇ ਫੁਲਕੇ ਪਕਾਏ, ਸਾਡੀ ਤੇ ਕੀਮਤੀ ਸਾੜੀ ਦੇ ਉੱਤੇ ਅੱਗ ਦੇ ਚੰਗਿਆੜੇ ਪੈ ਗਏ। ਤੇ ਹਟਵਾਉਣੀ ਤੇ ਹੀ ਸਿਰ ਦਰਦ ਸੀ ਨਾ, ਜਿਹੜੀ ਸਾਨੂੰ ਅੱਧੇ ਸਿਰ ਦੀ ਆਧਾ ਸੀਸੀ ਦਰਦ ਹੁੰਦੀ ਪਈ ਸੀ। ਹੋਰ ਕੀ ਕੰਮ ਸੀਗਾ। ਘਰ ਦਾ ਵੀ ਕਹਿੰਦਾ ਹੋਰ ਜਾ ਬਾਬਿਆਂ ਦੇ, 5000 ਦੀ ਸਾੜੀ ਛੜਵਾ ਲਈ ਹੈ ਤਾਂ ਸਿਰ ਪੀੜ ਤੇ ਤੇਰੀ ਹਟ ਜਾਣੀ ਹੈਗੀ, ਪੈਰਾਸੀਟਾਮੋਲ ਖਾ ਕੇ 2-4 ਰੁਪਏ ਦੀ। तो बद्धे चट्टी जो परे, फल कारण जो सेवा करे या मजबूरी दे नाल करे, तो महाराज कहते ने फल चौगना लभदा रहे। ये सेवा दे विच काउंट नहीं हुंदे। इस सेवा दे फल नूं मजदूरी किया जाता है, मजदूरी। फिर ये जिहड़ी मजदूरी इहो जी जिहड़े करदे ने, ये मुरीद नहीं हुंदे, ये गुरु घर दे मरीज हुंदे ने। ये गुरु घर दे मुरीद नहीं हुंदे, ये मरीज हुंदे ने। फल कारण सेवा करने वाले, बुद्धे रुद्धे सेवा करने वाले, और सेवा दे विच अपना नाम पैदा कर लई। इत्थे साडी स्लेट ला दिओ, आ बूटे ला के साडा नाम पैदा कर दिओ, फलाना काम करके लोकां नूं दस दिओ कि इन्ने दी पर्ची कटाई है। हंकार वस हो के सेवा करनी। फिर उन्हां दे वास्ते मंगना जिहड़े न्याणे नलैक, जिहड़ा घर दा नलैक, जिन्हां ने वो फल लै करके और उसनूं गलत इस्तेमाल करना, हौमे च हंकार च लड़ाई झगड़े च खर्च करना। इहो जिहियां सेवावां गुरु घर च मरीजां दे हिस्से आउंदियां ने, मुरीदां दे हिस्से नहीं आउंदियां। इस करके ये तरह की सेवा नूं सेवा नहीं किया जाता, मजदूरी किया जाता। तो मजदूरी वो चाहुंदा जीव जिहड़ा आकर के सेवा का फल लभदा। फिर उन्होंने फकीर पुछदा है, संत महात्मा पुछदा है, आओ जी कित्थों आए, की चाहिए। जिद्दां दुकान ते कोई जावे, किसी हट्टी ते जावे तो पहला पुछदा है, आइए जी क्या चाहिए, क्या दें आपको, कौन सा कपड़ा चाहिए, कौन सी बिस्कुट चाहिए, कौन सा सामान चाहिए, सानू ऐ दे दो, सानू ऐ दे दो, सानू ऐ दे दो।
ਫਿਰ ਉਹ ਰੇਟ ਦੱਸਦਾ ਹੈ, ਫਿਰ ਉਹ ਆਪਣੀ ਹੈਸੀਅਤ ਵੇਖਦੇ ਨੇ, ਬਟੂਆ ਵੇਖਦੇ ਨੇ। ਤੇ ਜਿਹੜਾ ਲੈਣ ਹੀ ਆਇਆ ਉਸ ਨੂੰ ਫਿਰ ਸੌਦਾ ਦੇਣਾ ਪੈਂਦਾ। ਫਿਰ ਜਿਹੜਾ ਲੈਣ ਹੀ ਆਇਆ ਲੈ ਕੇ ਜਾਂਦਾ। ਤੇ ਅਗਰ ਆਪਨੇ ਕਿਧਰੇ ਦੁਕਾਨ ਕੀਤੀ ਹੋਵੇ ਤੇ ਜਿਹੜਾ ਡੇਲੀ ਵੇਜਸ ਦਾ ਮਜ਼ਦੂਰ ਹੈ, ਮਾੜੀ ਜੀ ਕੂਚੀ ਮਾਰੀ, 2 ਦਿਨ ਦਾ ਕੰਮ ਸੀ, ਚਲਾ ਗਿਆ, ਉਹਦਾ ਹਿਸਾਬ ਕਿਤਾਬ ਕੌਣ ਰੱਖਦਾ? ਕੋਈ ਵੀ ਨਹੀਂ। ਮੰਨ ਲਓ ਮਾੜੀਆਂ ਜਿੰਨੀਆਂ ਪਟਾਉਣੀਆਂ ਨੇ, ਮਜ਼ਦੂਰ ਲੈ ਆਓ 2-3 ਦਿਨ ਲਈ, ਨੀਹਾਂ ਪੁੱਟਦੀਆਂ, ਪੈਸੇ ਦੇ ਦਿਓ। ਕੋਈ ਦੱਸ ਸਕਦਾ ਕਿ ਜਦੋਂ ਡੇਰਾ ਬਣਾਇਆ ਸੀ ਤੇ ਪਹਿਲਾਂ ਨੀਹਾਂ ਕੌਣ ਪੁੱਟਦਾ ਹੁੰਦਾ ਸੀ? ਉਸ ਮਜ਼ਦੂਰ ਦਾ ਕੀ ਨਾਂ ਸੀ? ਮਿਸਤਰੀ ਦਾ ਕੀ ਨਾਂ ਸੀ? ਕੰਮ ਕੀਤਾ, ਮਜ਼ਦੂਰੀ ਲਈ ਚਲਾ ਗਿਆ। ਤੇ ਨੌਕਰੀ ਤੇ ਮੁਰੀਦ ਦੀ ਨਹੀਂ ਹੈਗੀ, ਮਰੀਜ਼ ਦੀ ਹੈ। ਆਏ, ਕੀਤੀ ਮਜ਼ਦੂਰੀ, ਕੰਮ ਲਿਆ, ਬਾਹਰ ਚਲੇ ਗਏ। ਯਾਨੀ ਉਹਨਾਂ ਨੂੰ ਉਹ ਮੁਹਾਵਰਾ ਫਿੱਟ ਨਹੀਂ ਬੈਠਦਾ, ਆਮ ਕੇ ਆਮ ਗੁਠਲੀਆਂ ਕੇ दाम। ਆਮ ਕੇ ਆਮ ਗੁਠਲੀਆਂ ਕੇ दाम, ਉਹਨਾਂ ਦੇ ਉੱਤੇ ਇਹ ਮੁਹਾਵਰਾ ਪੂਰਾ ਨਹੀਂ ਉਤਰਦਾ। ਉਹਨਾਂ ਦੇ ਇਹ ਮੁਹਾਵਰਾ ਪੂਰਾ ਨਹੀਂ ਉਤਰਦਾ ਕਿ ਨਾਲੇ ਪੁੰਨ ਤੇ ਨਾਲੇ ਫਲੀਆਂ। ਫਿਰ ਸੰਜੋਗ 'ਚ ਨਾ ਹੋਇਆ ਗੁਰੂ, ਸੰਜੋਗ 'ਚ ਨਾ ਗੁਰੂ ਦੀ ਕਿਰਪਾ ਹੋਈ, ਸੰਜੋਗ 'ਚ ਨਾ ਰੱਬ ਦਾ ਘਰ ਹੋਇਆ। ਗੱਲ ਆ ਗਈ ਉੱਥੇ ਹੀ। ਇਸ ਕਰਕੇ ਮਹਾਰਾਜ ਨੇ ਗੱਲ ਸੱਚ ਲਿਖੀ। ਯਾਨੀ ਸਮੁੰਦਰ 'ਚ ਰਹਿ ਕਰਕੇ ਵੀ ਪਿਆਸੇ ਦੇ ਪਿਆਸੇ, ਖੇਤ ਖਲਿਆਣ 'ਚ ਰਹਿ ਕਰਕੇ ਵੀ ਹਰੇ ਡੱਕੇ ਤੋਂ ਮਹਿਰੂਮ, ਰਾਸ਼ਨ ਦੇ ਭੰਡਾਰ ਦੇ ਵਿੱਚ ਵੀ ਭੁੱਖੇ ਢਿੱਡ। ਫਿਰ ਸਵਾਲ ਪੈਦਾ ਹੁੰਦਾ ਹੈ ਕਿ ਸਮੁੰਦਰ 'ਚ ਰਹਿ ਕਰਕੇ ਕਿਉਂ ਪਾਸੇ ਪਿਆਸੇ ਰਹਿੰਦੇ? और ऐसे लोग बाहर से आके भी जिद्दां टिंड खाली आई खूह दी, पानी च डुब्बी, बाहर निकली फिर खाली दी खाली। जां तो ਉਹਦੀ ਰੇੜੀ टुटी है, एक्सल जिहा सरिया, जां च सुराख है, पानी भरिया, डेरियों बाहर निकलते तक सब। ज्ञान अंजन गुरु दिया, अज्ञान अंधेर विनाश, हर किरपा ते संत पेटिया, नानक मन प्रगास। पर राज रुकावट की आ जाती, पलटू पारस क्या करे? जे लोहा खोटा होए, गुरु तो सबे देत है, लेता नहीं कोई। रब दे वीरवार भी अरदास सुनता है, वो तो सारा हफ्ता सुनता है, ਮਾਤ ਗਰਭ 'ਚ ਵੀ ਸੁਣਦਾ, ਉਹਦੇ ਜੰਗਲਾਂ ਦੇ ਵਿੱਚ ਕਿਤੇ ਫਸ ਜਾ ਉੱਥੇ ਵੀ ਸੁਣਦਾ, ਸਮੁੰਦਰਾਂ ਦੇ ਵਿੱਚ ਕਿਤੇ ਗੋਤੇ ਖਾਂਦਾ ਹੋਵੇ ਬੰਦਾ ਉੱਥੇ ਵੀ ਸੁਣਦਾ। ਕੋਈ ਅੱਗ ਦੇ ਵਿੱਚ ਡਿੱਗ ਪਿਆ ਪ੍ਰਹਲਾਦ ਵਰਗਾ, ਲੈ ਕੇ ਬਹਿ ਗਈ ਹੈ ਹੋਲਕਾ, ਤਾਂ ਰੱਬ ਤੇ ਉੱਥੇ ਵੀ ਅਰਦਾਸ ਸੁਣਦਾ। ਜੇ ਮੱਖਣ ਸਾਹ ਲੁਬਾਣੇ ਦਾ ਜਹਾਜ਼ ਪਾਣੀ 'ਚ ਡਗਮਗਾਉਂਦਾ ਤਾਂ ਉੱਥੇ ਵੀ ਅਰਦਾਸ ਸੁਣਦਾ। ਜੇ ਕੋਈ ਪੱਥਰਾਂ ਤੋਂ ਸੁੱਟ ਦਿੰਦਾ ਪਹਾੜ ਤੋਂ ਪ੍ਰਹਲਾਦ ਵਰਗਿਆਂ ਨੂੰ, ਕਬੀਰ ਵਰਗਿਆਂ ਨੂੰ, ਉਹ ਤਾਂ ਅਰਦਾਸ ਉੱਥੇ ਵੀ ਸੁਣਦਾ। ਜੇ ਕੋਈ ਸਿਪਾ ਸਲਾਰ ਬਾਰਡਰ ਦੇ ਉੱਤੇ ਲੜਦਾ, ਜਿੱਥੇ ਗੋਲੀਆਂ ਦੀ ਬਰਖਾ ਹੁੰਦੀ ਹੈ, ਉਹ ਤਾਂ ਉੱਥੇ ਵੀ ਸੁਣਦਾ। ਪਰ ਇਹਦੇ ਸੋਚਣ ਵਾਲੇ ਵਾਸਤੇ ਹੈ ਕਿ ਗੁਰੂ ਨੂੰ ਕਿੱਥੇ ਡਾਉਂਦੇ ਨੇ ਜਾ ਕੇ। ਮਹਾਭਾਰਤ ਦਾ ਜੰਗ ਹੋ ਰਿਹਾ, ਲੜਾਈ ਚੱਲ ਰਹੀ ਦੂਸਰੇ ਪਾਸੇ। ਅਰਜੁਨ ਕਹਿੰਦਾ ਮਹਾਰਾਜ ਮੈਨੂੰ ਪਿਆਸ ਲੱਗੀ। ਮਹਾਰਾਜ ਕਹਿਣ ਲੱਗੇ ਪਿਆਸ ਤੋਂ ਲੱਗੀ ਪਰ ਪਾਣੀ ਇੱਥੇ ਨਹੀਂ ਪੀਣਾ, ਅੱਗੇ ਚੱਲ। ਮਹਾਰਾਜ ਬਹੁਤ ਪਿਆਸ ਲੱਗੀ। ਉਹ ਦੇਖੋ ਸਾਹਮਣੇ ਇੱਕ ਝੁੱਗੀ ਹੈ, ਮੈਂ ਉੱਥੋਂ ਪਾਣੀ ਪੀ ਲੈਣਾ। ਕਹਿੰਦੇ ਤੈਨੂੰ ਕਿਹਾ ਨਾ ਨਹੀਂ ਪੀਣਾ, ਤੇ ਅੱਗੇ ਪੀਵਾਂਗੇ। ਨਹੀਂ ਮਹਾਰਾਜ ਮੈਂ ਹੁਣੇ ਗਿਆ ਤੇ ਆਇਆ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਚਲਾ ਜਾ, ਪਰ ਇਹ ਨਾ ਆਖੀ ਕਿ ਮੈਂ ਅਰਜੁਨ ਹਾਂ। ਪਾਣੀ ਪੀਣ ਚਲਾ ਜਾ, ਇਹ ਨਾ ਆਖੀ ਮੈਂ ਅਰਜੁਨ ਹਾਂ।
चला गया। पानी पीन लगा कि माई बैठी उत्थे, माता पानी पिला दे। जब पानी पीता तां ध्यान किया तो 2 तलवारां लटकियां, एक छुरा लटकिया उत्थे चुग्गी दे विच। वो पुछदा, माता लगदा कि इस कुटिया च होर तां कोई रहिंदा नहीं, तुसीं रहिंदे हो, ते तलवारां बरछा काहदे लई टंगिया? वो कहंदी पहला तलवार टंगी है अर्जुन दे वास्ते, जुआ आप खेडिया, 5 पांडव एक नूं विआह के लियाए, फिर जुए च हारी, फिर अपने ने अंधे के पुत्र अंधे किया, लड़ाई लग गई। हुण तो कहंदी तीर ते तीर ही है, अस्त्र ते अस्त्र ही है, शस्त्र ते शस्त्र ही है, गोली ते गोली है। ਉਹਦੇ ਆਪਣੇ ਨੂੰ ਵੀ ਵੱਜ ਸਕਦੀ, ਕਿਸੇ ਨੂੰ ਵੱਜ ਸਕਦੀ ਹੈ। ਰੱਬ ਦਾ ਸਰੀਰ ਵੀ ਤਾਂ ਸਾਡੇ ਤੁਹਾਡੇ ਵਰਗਾ ਹੀ ਹੁੰਦਾ। ਕਹਿੰਦੀ ਕ੍ਰਿਸ਼ਨ ਮਹਾਰਾਜ ਨੂੰ ਗਲਤੀ ਆਪਣੀ, ਕਸੂਰ ਆਪਣੇ, ਸ਼ੌਕ ਆਪਣੇ, ਜੰਗ ਦੇ ਮੈਦਾਨ 'ਚ ਲਿਆਂਦਾ। ਫਿਰ ਕਿਹਾ ਰਥਵਾਨ ਬਣ ਜਾ, रथ चला, तीर वजे, को कृपान वजे, को अस्त्र शस्त्र वजे, है नहीं जानिए की बनेगा महाराज जेल ते। एक सेवक गुरु नूं जंग दे मैदान च झोंकदा है ते एक कहंदा सच्चे पातशाह हे ईश्वर, हे परमात्मा, मेरे कृष्ण नूं, मेरे रब नूं कुछ हो ना जाए। है दूसरी तलवार कहंदी द्रौपदी वास्ते रखी है, दोस्त द्रौपदी वास्ते। उन्होंने पहला पूछे तू पंजा ना ब्याह करके की खटिया, कसूर तेरा। और कृष्ण मार नूं कितने बड़े फाखाने फसाया। क्या तू अंधे के पुत्र अंधे होते हैं, जुबान ते कंट्रोल नहीं सी रख सकती। मैनू जिथे मिल गई द्रौपदी की धौन ला देनी। तै बरछा जरा छुरा कहती है नामा नामा कोई है, वह ढिड पाड़ देना। अखा नहीं कि अकल नहीं। जुत्ती पाई मंदिर च वड़ गया, उथे जाके मुड़ के खड़ावा ही खड़काउन लग गया। वड्डा भगत बनया फिरदा, कीर्तन करना बाहर करे, खड़ावा ना। मंदिर तो सुच्चा उच्चा हुंदा, उथे क्यों लिया खड़ावा। तो जे पंडितां ने कुछ कहा तो बोलन की तमीज़ नहीं, औखा हो गया अगों। फिर तुहानूं शिकायत करती कि मंदिर घुमाओ, मैनूं नहीं चैन पैंदा। ते कृष्ण महाराज का मोढा सारा जख्मी हो गया, मंदिर नूं शिवाले नूं घुमाउण लगे। एक ने शिवाला घुमवाया और महाराज ने जख्म दिता, ते दूजा सेवक हल्दी रगड़ के उन्हां जख्मां नूं भरदा पिया। यह सेवकां 'च फर्क है, मुरीदां ते मरीजां 'च। मुरीदां ते मरीजां 'च। संतां महात्मा का सत्संग। एक माता कहती महाराज जी हमारे घर से होते जाना। संत महात्मा कहने लगे इदा भाई टाइम घट है, अस आगे जाके सत्संग करना, हमने कहीं जाकर के सत्संग करना है, टाइम नहीं है, फिर आ जाएंगे। कहती नहीं महाराज, मैं आपको बैठने के लिए भी नहीं कहूँगी, मैं कोई आपसे बात भी नहीं करूँ। महाराज गए, दरवाज़ा खड़काया, अंदर उस बीबी जी ने दरवाज़ा खोलिया। कहती बस वेड़े जी खड़े हो जाओ। भज्जी भज्जी अपने पूजा रूम दे विच गई। पूजा रूम दे विचों एक छोटी जी मूर्ति कृष्ण महाराज दी, क्योंकि कृष्ण महाराज दी उपासक सी, ऐदा हाथ च पकड़ी ते उत्ते हथ रखिया। संत महात्मा कहते पता नहीं की लैके आईए, तो ऐदा करके ना महाराज दे अगे संतां महात्मा दे अगे की।
कहती गुरु जी, बाबा जी, हमारे महाराज पर कृपा रखना, अभी बहुत बच्चे हैं, बहुत नादान है। कृपा अपनी जगह होती है, रहमत अपनी जगह होती है, बख्शिश अपनी जगह होती है। अभी बहुत भोले हैं, बहुत नादान हैं, बहुत बच्चे हैं। इतनी कृपा करना कोई इनका बाल ना बांका कर सके, इन्हां नूं तत्ती वाह ना लगे, कदी इन्हां ते मुश्किल कदी ना आवे। मेरे कृष्ण कन्हैया पे कृपा कर जाना। ऐ मुरीद दी गल है, ऐ मुरीद दी गल है। जिहड़ा मुरीद है ਉਹਦੇ गुरु घर दा अर्घ टालदा है, अनिष्ट टालदा है। गुरु मूर्ति च है, गुरु ग्रंथ दे विच है, या गुरु शरीर दे विच है, साकार है, निराकार है, या शब्द रूप है, ਉਹਦੀ आरती उतारदा, अर्घ उतारदा है कि हे पातशाह, हे मेरे दाता, मेरे गुरु ते को कष्ट ना जाए। इस रुख की छां रवेगी तो असीं छां माणांगे। इस सिर ते मेहर भरिया हथ रवेगा तो कोई आसरा बनिया रहेगा। वो फिर उदा होंदे हुंदे ने जिद्दां बंदा सर्विस करन जांदा, शाम नूं आ जांदा है, फिर महीने बाद आटोमैटिक ही कंपनी बगैर मंगिया उन्होंने चैक दे दिंदी है, महीने की पगार, महीने की सेवादारी। फिर वो क्लर्क भर्ती हुंदे ने ते कदे कदे मैनेजर भी बन जाते हैं। ते कई गुरु घरां दे विच आ करके अमरू नथावे गुरु अमरदास महाराज बन जाते हैं। कोई पत्थरों नूं पूजन वाले धर्मदास सेठ कबीर साहब की गद्दी के मालक बन जाते हैं। गुरु तो इत्थों तक देण नूं तैयार है कि अगर कोई लैण वाला होवे ते अपना सर्वोच्च ਉਹਦੇ ਉੱਤੋਂ ਦੀ ਵਾਰ ਦਿੰਦਾ है। ऐ लै भी सारी साध संगत, ऐ लै जो कुछ गुरु घर बने ने ये, ते आ लै जो उस मालक दे घर दी कृपा ओ, ते आ लै जो कुछ असां जिंदगी च कमाया तेरी झोली दे विच पाया। और उन्होंने मत्था टेक के 5 पैसे नरेर रख के उस घर की कुंजी भी दे देंगे ने। वो तो कहना सारा कुछ ही लै लो, पर मिलेगा तद जब सुरक्ष निशावर करोगे। गुरु एक ऐसा ज्ञान है, गुरु एक ऐसी रोशनी है, गुरु मौला एक ऐसी रोशनी है कि जब उत्तों पैंदी है तो जिदा अंधकार छट जाता है, इस तरह गुरु की रोशनी दे नाल सेवक दे अंदरली मैल खत्म होंदी है। सत्संग च बैठना और अंदर उजाला हो जाता है। ज्यों कर सूरज निकलिया तारे छपे अंधेर पलोआ। तो साडा कहन दा भाव यह है, महाराज ने बिल्कुल सच आख्या, जो आद जुगाद है भी उसी सच है कि जगजीवन दाता मिले संजोगी। संजोगां दे नाल गुरु मिलता है। गुरु मिल गया तो समझो दातार मिल गया, साकार भी मिल गया, निंकार भी मिल गया, तो अंदर नाम प्रकट हो गया। फिर उन्होंने कष्ट चले गए। अब मोहे जानी रे मेरी गई बलाए, कहो कबीर मेरी शंका नाटी, शर्म निरंजन डीठा। हुण मैनूं साध फेरे वही नज़र आउंदा है। गुरु नानक घर ने भी कहा, जहाँ देखता हूँ तहाँ तू ही तू, तू ही तू, तू ही तू। जहाँ जहाँ देखा तहाँ तहाँ तू है, जहाँ जहाँ देखा तहाँ तहाँ तू है। अंदर जद बोलन लग जाता है, फिर वो आप ही बोलता है। ज्ञान उसका अपना होंदा है। और वो ज्ञान जो साध संगत वास्ते है, जिहड़ा बोलदा पिया उहदे वास्ते भी है, क्योंकि उहदे खसम दा फरमान है। सो ते ही नानक नाम चढ़दी कला तेरे भाने सरबत दा।